ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਇਸ ਵੀਡੀਓ ਦੇ ਵਿੱਚ ਮੈਂ ਕਰਤਾਰ ਸਿੰਘ ਦੁੱਗਲ ਇਹਨਾਂ ਦੀ ਜਿਹੜੀ ਕਹਾਣੀ ਆ ਸ਼ਹਿਰਜ਼ਾਦ ਉਹ ਤੁਹਾਡੇ ਨਾਲ ਜਿਹੜੀ ਕਿ ਸ਼ੇਅਰ ਕਰ ਰਹੀ ਹਾਂ। ਹਾਂਜੀ ਸ਼ਹਿਰਜ਼ਾਦ ਆ ਜਿਹੜੀ ਕਿ ਸ਼ਹਿਰਜ਼ਾਦ ਆ ਇੱਕ ਹਿਰਨੀ ਦੇ ਬੱਚੇ ਦਾ ਨਾਂ ਹੈ ਅਤੇ ਇਹ ਕਹਾਣੀ ਹੈ ਜਿਹੜੀ ਕਿ ਇਸ ਦੇ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਜਿਹੜੇ ਕਿ ਉਮੰਗਾਂ ਆਸਾਂ ਜੀਵਨ ਤਬਦੀਲੀਆਂ ਦਾ ਜਿਹੜੇ ਕਿ ਪ੍ਰਗਟਾਵਾ ਕੀਤਾ ਗਿਆ ਇਸ ਕਹਾਣੀ ਦੇ ਵਿੱਚ। ਬਚਪਨ ਦੇ ਵਿੱਚ ਜਿਹੜੇ ਮਿਲੇ ਲਾਡ ਪਿਆਰ ਮਨ ਨੂੰ ਪਰਚਾ ਰੱਖਦੇ ਨੇ, ਪਰੰਤੂ ਜਦੋਂ ਜਵਾਨੀ ਵੱਲ ਵੱਧਦੇ ਕਦਮ ਜਿਹੜੇ ਕਿ ਮੁੜਦੇ ਨੇ ਤਾਂ ਮਨ ਦੀਆਂ ਰੀਝਾਂ ਆਪਣੇ ਵਰਗੇ ਕਿਸੇ ਅਕਸ ਦੀ ਭਾਲ ਕਰਦੀਆਂ ਨੇ ਅਤੇ ਇਹਨਾਂ ਭਾਵਨਾਵਾਂ ਦੀ ਪੂਰਤੀ ਅਤੇ ਭਟਕਣਾਂ ਦਾ ਸ਼ਿਕਾਰ ਹੋਇਆ ਜੀਵ ਆਪਣੇ ਜੀਵਨ ਦਾ ਅੰਤ ਕਰ ਬਹਿੰਦਾ। ਅਤੇ ਦੁੱਗਲ ਦੀ ਇਹ ਕਹਾਣੀ ਜਿਹੜੀ ਕਿ ਅਤੀ ਸੂਖਮ ਵਿਸ਼ੇ ਦੀ ਪੇਸ਼ਕਾਰੀ ਹੈ। ਹਾਂਜੀ ਹੁਣ ਮੈਂ ਤੁਹਾਨੂੰ ਇਸ ਕਹਾਣੀ ਦੀ ਜਿਹੜੀ ਕਿ ਸਾਰੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਹਾਂਜੀ ਸ਼ਹਿਰਜ਼ਾਦ ਦਾ ਜਿਹੜੇ ਕਿ ਜਨਮ ਸ਼ਹਿਰ ਵਿੱਚ ਨਹੀਂ ਹੋਇਆ ਸੀ, ਪੈਦਾ ਜੰਗਲ ਵਿੱਚ ਹੋਈ ਜਿੱਥੇ ਉਹਦੀ ਮਾਂ ਪੈਦਾ ਹੋਈ ਸੀ, ਜਿੱਥੇ ਉਹਦੀ ਮਾਂ ਦੀ ਮਾਂ ਪੈਦਾ ਹੋਈ ਸੀ। ਪਰ ਸ਼ਹਿਰਜ਼ਾਦ ਪਲੀ ਸ਼ਹਿਰ ਵਿੱਚ ਸੀ। ਗੱਲ ਇੰਝ ਹੋਈ, ਸਾਨੂੰ ਸਾਡੇ ਇੱਕ ਦੋਸਤ ਨੇ ਸ਼ਿਕਾਰ ਲਈ ਬੁਲਾਇਆ। ਉਹਨਾਂ ਦਿਨਾਂ ਦੇ ਵਿੱਚ ਉਹ ਬੇਟ ਦੇ ਇਲਾਕੇ ਵਿੱਚ ਲੱਗਾ ਹੋਇਆ ਸੀ। ਅਸੀਂ ਧਰੀਮਦ ਖਵੰਦ ਚੜ੍ਹ ਪੀੜ ਕੇ ਬੜੇ ਸ਼ੌਂਕ ਨਾਲ 150 ਮੀਲ ਦੂਰ ਗਏ। ਸਾਰਾ ਦਿਨ ਧੁੱਪ ਵਿੱਚ ਖੱਜਲ ਹੁੰਦੇ ਰਹੇ। ਢੇਰ ਸਾਰਾ ਸ਼ਿਕਾਰ ਮਿਲਿਆ ਪਰ ਹੱਥ ਇੱਕ ਅੱਧੀ ਘੁੱਗੀ ਤੋਂ ਵਧੇਕ ਕੁਝ ਨਾ ਆਇਆ। ਅਸੀਂ ਤਾਂ ਵੀ ਖੁਸ਼ ਸਾਂ। ਸ਼ਹਿਰ ਦੀ ਕਾਵਾਂ ਰੌਲੀ ਤੋਂ ਦੂਰ 2-3 ਦਿਨ ਸੈਰ ਹੋ ਗਈ ਪਰ ਸਾਡਾ ਦੋਸਤ ਪੁਲਿਸ ਅਫਸਰ ਬੜਾ ਨਿਰਾਸ਼ ਸੀ। ਤਾਈਓ 4 ਦਿਨ ਅਜੇ ਸਾਨੂੰ ਘਰ ਮੁੜਿਆ ਨਹੀਂ ਸਨ ਹੋਏ ਕਿ ਇੱਕ ਸਿਪਾਹੀ ਆਇਆ। ਉਸਦੇ ਕੁੱਛੜ ਇੱਕ ਹਿਰਨੀ ਦਾ ਬੱਚਾ ਸੀ। ਕਹਿਣ ਲੱਗਾ ਥਾਣੇਦਾਰ ਸਾਹਿਬ ਨੇ ਭੇਜਿਆ ਏ। ਮੇਰੀ ਧਰੀਮਦ ਨੇ ਹਿਰਨੀ ਦੇ ਬੱਚੇ ਨੂੰ ਵੇਖਿਆ ਤੇ ਖਿੜ ਪੁੜ ਗਈ ਅਤੇ ਫਿਰ ਸਾਰਾ ਟੱਬਰ ਇਸ ਨਵੇਂ ਮਹਿਮਾਨ ਦੀ ਖਾਤਰ ਵਿੱਚ ਜੁਟ ਗਿਆ। ਮੇਰੀ ਧਰੀਮਦ ਨੇ ਅੰਦਰੋਂ ਘੁੰਗਰੂ ਕੱਢ ਲਿਆਂਦੇ। ਮੇਰੀ ਮਾਂ ਜੀ ਉਸ ਸੰਗਲੀ ਟੋਲਣ ਲੱਗ ਪਏ ਅਤੇ ਮੈਂ ਸੋਚ ਰਿਹਾ ਸਾਂ ਕਿ ਉਸਦਾ ਨਾਂ ਕੀ ਰੱਖਣਾ ਚਾਹੀਦਾ। ਕਈ ਨਾਂ ਤਜਵੀਜ਼ ਹੋਏ, ਆਖਰ ਸ਼ਹਿਰਜ਼ਾਦ 'ਤੇ ਫੈਸਲਾ ਹੋਇਆ। ਸਾਡੇ ਬੱਚੇ ਦਾ ਨਾਂ ਸ਼ਹਿਰਜ਼ਾਰ ਸੀ ਅਤੇ ਹਿਰਨੀ ਦਾ ਨਾਂ ਅਸੀਂ ਸ਼ਹਿਰਜ਼ਾਦ ਰੱਖਿਆ। ਸ਼ਹਿਰਜ਼ਾਰ ਸ਼ਹਿਰਜ਼ਾਦ। ਸ਼ਹਿਰਜ਼ਾਦ ਬੱਚੂ ਨੂੰ ਅੰਤਾਂ ਦਾ ਲਾਡ ਕਰਦੀ ਸੀ। ਆਪਣੀਆਂ ਮੋਟੀਆਂ-ਮੋਟੀਆਂ ਅੱਖੀਆਂ ਵਿੱਚ ਸਾਰੀ ਮੁਹੱਬਤ ਭਰ ਕੇ ਬੱਚੂ ਦੀਆਂ ਗੱਲਾਂ ਨੂੰ, ਮੂੰਹ ਨੂੰ, ਮੱਥੇ ਨੂੰ ਆ ਕੇ ਪਲੋਸਣ ਲੱਗ ਪੈਂਦੀ। ਉਹਦੇ ਸਾਹਮਣੇ ਨੱਚਦੀ, ਦੌੜਦੀ, ਟੱਪਦੀ, ਉਸਨੂੰ ਖੁਸ਼ ਕਰਦੀ। ਕਦੀ ਉਸਦੇ ਸਾਹਮਣੇ ਅੱਖਾਂ ਮੂੰਦ ਕੇ ਲੇਟ ਜਾਂਦੀ ਅਤੇ ਬੱਚੂ ਉਹਦੀ ਪਿੱਠ ਦਾ ਸਰਹਾਣਾ ਬਣ ਕੇ ਬੈਠਾ ਰਹਿੰਦਾ। ਸ਼ਹਿਰਜ਼ਾਦ ਦੀਆਂ ਬੇਅੰਤ ਖਾਤਰਾਂ ਹੁੰਦੀਆਂ। ਅਸੀਂ ਉਸਦਾ ਬੱਚਿਆਂ ਵਾਂਗ ਖਿਆਲ ਰੱਖਦੇ। ਉਹਨਾਂ ਦਿਨਾਂ ਵਿੱਚ ਸਾਡੇ ਘਰ ਰਿਫਿਊਜੀ ਬੜੇ ਆਉਂਦੇ ਸਨ। ਵੇਖ ਉਹ ਅਸਚਰਜ ਹੁੰਦੇ ਰਹਿੰਦੇ। ਸ਼ਹਿਰਜ਼ਾਦ ਮੇਰੇ ਨਾਲ ਦਫ਼ਤਰ ਤੁਰ ਪੈਂਦੀ। ਉਸਨੂੰ ਕੋਈ ਰੋਕ ਨਾ ਸਕਦਾ। ਮੇਰੀ ਧਰੀਮਦ ਮੋਟਰ ਵਿੱਚ ਹਸਪਤਾਲ ਡਿਊਟੀ 'ਤੇ ਜਾ ਰਹੀ ਹੁੰਦੀ। ਮੋਟਰ ਦੇ ਅੱਗੇ ਪਿੱਛੇ ਫਿਰ ਰਹੀ ਸ਼ਹਿਰਜ਼ਾਦ ਮੌਕਾ ਕੱਢ ਕੇ ਅੰਦਰ ਗੋਦੀ 'ਤੇ ਜਾ ਬਹਿੰਦੀ ਅਤੇ ਉਸਨੂੰ ਵੇਖ ਕੇ ਹਰ ਕੋਈ ਹੱਸ ਛੱਡਦਾ। ਬੱਚਾ ਆਪਣੀਆਂ ਆਇਆਂ ਨਾਲ ਬਾਹਰ ਸੈਰ ਕਰਨ ਜਾਂਦਾ। ਸ਼ਹਿਰਜ਼ਾਦ ਅੱਗੇ ਤੁਰ ਰਹੀ ਹੁੰਦੀ। ਮੁੜ ਬੱਚੇ ਦੇ ਹੱਥਾਂ ਨੂੰ ਬਾਹਾਂ ਨੂੰ ਆ ਕੇ ਚੱਟਣ ਲੱਗ ਪੈਂਦੀ। ਕਿਸ ਖੇਤ ਵਿੱਚ ਗੁਲਾਚੀਆਂ ਭਰਨੀਆਂ ਹਨ, ਕਿਸ ਖੇਤ ਵਿੱਚ ਗੁਲਾਚੀਆਂ ਨਹੀਂ ਭਰਨੀਆਂ, ਇਹ ਸ਼ਹਿਰਜ਼ਾਦ ਨੂੰ ਪਤਾ ਸੀ। ਗੇੜੂ ਖੂਹ ਦੀ ਕਿਸ ਹੱਦ ਤੱਕ ਜਾਣਾ ਹੈ, ਕਿਸ ਹੱਦ ਤੋਂ ਅੱਗੇ ਨਹੀਂ ਵਧਣਾ, ਸ਼ਹਿਰਜ਼ਾਦ ਨੂੰ ਇਸ ਦੀ ਸਮਝ ਸੀ। ਗੈਲਰੀ ਵਿੱਚ ਜਿਸ ਥਾਂ ਰਾਤੀ ਉਸਨੂੰ ਬੱਧਾ ਜਾਂਦਾ, ਉਸ ਥਾਂ ਨੂੰ ਉਸ ਕਦੀ ਗੰਦਾ ਨਹੀਂ ਕੀਤਾ ਸੀ। ਮੇਰੀ ਧਰੀਮਦ ਦੇ ਹਸਪਤਾਲ ਵਿੱਚ ਹਰ ਬਿਮਾਰੀ ਦੀ ਸ਼ਹਿਰਜ਼ਾਦ ਦਿਲ ਦਾਦਾ ਸੀ ਅਤੇ ਉਸਨੂੰ ਆਪਣੀ ਮਾਲਕਣ ਲੇਡੀ ਡਾਕਟਰ ਨਾਲ ਵਾਰਡ ਵਿੱਚ ਇੱਕ ਬੈੱਡ ਤੋਂ ਦੂਜੇ ਬੈੱਡ ਘੁੰਮਣਾ ਬੜਾ ਚੰਗਾ ਲੱਗਦਾ ਸੀ। ਉਹ ਮਰੀਜ਼ ਤੋਂ ਲਾਡ ਕਰਵਾਉਂਦੀ, ਹਰ ਮਰੀਜ਼ ਤੋਂ ਆਪਣੀ ਪਿੱਠ ਥਪਕਵਾਉਂਦੀ। ਸ਼ੁਰੂ ਵਿੱਚ ਮੇਰੇ ਨਾਲ ਦਫ਼ਤਰ ਆਇਆ ਕਰਦੀ ਸੀ, ਫਿਰ ਉਸ ਦਫ਼ਤਰ ਆਉਣਾ ਬੰਦ ਕਰ ਦਿੱਤਾ। ਕਈ ਦਿਨ ਗੁਜ਼ਰ ਗਏ ਅਤੇ ਫਿਰ ਇੱਕ ਦਿਨ ਬਾਹਰ ਚਪੜਾਸੀਆਂ ਨੂੰ ਮੈਂ ਗੱਲਾਂ ਕਰਦਿਆਂ ਸੁਣਿਆ, ਛੋਟੇ ਸਾਹਿਬ ਦੀ ਹਿਰਨੀ ਹੁਣ ਕਦੀ ਦਫ਼ਤਰ ਨਹੀਂ ਆਈ। ਚੰਗਾ ਹੀ ਹੈ। ਕਿਉਂ? ਵੱਡੇ ਸਾਹਿਬ ਨੂੰ ਉਸਦਾ ਇੰਝ ਦਫ਼ਤਰ ਆਉਣਾ ਪਸੰਦ ਨਹੀਂ ਸੀ। ਮੈਂ ਸੁਣਿਆ ਤਾਂ ਹੈਰਾਨ ਰਹਿ ਗਿਆ। ਸੱਚਮੁੱਚ ਸ਼ਹਿਰਜ਼ਾਦ ਨੇ ਕਿਤਨੇ ਦਿਨਾਂ ਤੋਂ ਦਫ਼ਤਰ ਆਉਣ ਲਈ ਕਦੇ ਜਿੱਦ ਨਹੀਂ ਕੀਤੀ ਸੀ। ਸਾਡੇ ਕੋਈ ਮਹਿਮਾਨ ਆਉਂਦੇ
घर वाले जदों मिल गिल लैंदे, पोले पोले कदम चुक के शहरजाद गोल कमरे विच मुलाकात लई आ जांदी। हर बंदे दी अखां विच अखां पा के वेखदी, हर बंदे दे हत्थां नूं सुंघदी, पिठ थपकवाउंदी, हरेक नूं खुश करके आप खुश हो के तुर जांदी। हुण ओह वड्डी हो रही सी, साल तो भी वधीक हो गया सी शहरजाद नूं साडे कोल आया। कितना कद कढ आई सी, कितना तेज़ दौड़ लैंदी सी, कितना ਉੱਚਾ ਉਛਲ ਲੈਂਦੀ ਸੀ ਤੇ ਅੱਜ ਕੱਲ੍ਹ ਉਸ ਤੋਂ ਕਈ ਵਾਰ ਗਲਤੀਆਂ ਵੀ ਹੋ ਜਾਂਦੀਆਂ। ਕਈ ਵਾਰ ਉਹ ਪਰਾਏ ਖੇਤਾਂ ਵਿੱਚ ਚਰਨ ਚਲੀ ਜਾਂਦੀ ਤੇ ਕਿਸਾਨ ਉਸ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ। ਘਰ ਆਪਣਾ ਚਾਰਾ ਪੂਰਾ ਖਾ ਕੇ ਸ਼ਹਿਰਜ਼ਾਦ ਦਾ ਗੁਆਂਢੀਆਂ ਦੀ ਖੇਤੀ ਨੂੰ ਖਰਾਬ ਕਰਨਾ, ਫਲਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾਉਣਾ ਬੜੀ ਜ਼ਿਆਦਤੀ ਸੀ। ਤੇ ਜਦੋਂ ਕੋਈ ਸਾਨੂੰ ਉਲਾਂਭਾ ਦੇ ਰਿਹਾ ਹੁੰਦਾ ਤਾਂ ਉਹ ਸ਼ਰਮਿੰਦਾ ਅੱਖੀਆਂ ਨੀਵੀਆਂ ਪਾਈ ਮੁਲਜ਼ਮ ਦੀ ਤਰ੍ਹਾਂ ਖਲੋਤੀ ਜਿਵੇਂ ਸੁਣਦੀ ਰਹਿੰਦੀ। ਫਿਰ ਕੁਝ ਦਿਨ ਆਪਣੀ ਕੋਠੀ ਆਪਣੇ ਬਾਗ ਦੇ ਹਾਤੇ ਵਿੱਚੋਂ ਬਾਹਰ ਨਾ ਨਿਕਲਦੀ। ਕੁਝ ਦਿਨ ਹੋਰ ਤੇ ਫਿਰ ਜਿਵੇਂ ਉਸ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਹੋ ਜਾਂਦੀ, ਫਿਰ ਸ਼ਿਕਾਇਤ ਆਉਂਦੀ, ਫਿਰ ਸ਼ਹਿਰਜ਼ਾਦ ਆਪਣਾ ਕਸੂਰ ਕਬੂਲ ਲੈਂਦੀ। ਮੇਰੀ ਤ੍ਰਿਮਦ ਨੂੰ ਮੈਂ ਬਾਕੀ ਘਰ ਵਾਲੇ ਉਸ ਨੂੰ ਸਮਝਾਉਂਦੇ ਰਹਿੰਦੇ। ਜਿਸ ਕਲੋਨੀ ਵਿੱਚ ਅਸੀਂ ਰਹਿੰਦੇ ਸਾਂ, ਹਰ ਘਰ ਵਿੱਚ ਸ਼ਹਿਰਜ਼ਾਦ ਨੇ ਆਪਣੇ ਸਲੇਮਤੇ ਪਾਲੇ ਹੋਏ ਸਨ। ਹਰ ਕੋਠੀ ਵਿੱਚ ਉਸ ਦੀ ਉਡੀਕ ਰਹਿੰਦੀ, ਵਾਰੋ ਵਾਰੀ ਉਹ ਸਭ ਦੇ ਜਾਂਦੀ। ਹਰ ਘਰ ਵਿੱਚ ਉਸ ਲਈ ਕੁਝ ਨਾ ਕੁਝ ਸਾਂਭ ਕੇ ਰੱਖਿਆ ਹੁੰਦਾ ਤੇ ਉਹ ਆਪਣੀ ਖਾਤਰ ਕਰਵਾਉਂਦੀ ਰਹਿੰਦੀ, ਅਗਲਿਆਂ ਨੂੰ ਖੁਸ਼ ਕਰਦੀ ਰਹਿੰਦੀ। ਸਾਡੀ ਕੋਠੀ ਸ਼ਹਿਰ ਤੋਂ ਬਾਹਰ ਸੀ। ਅੱਗੇ ਪਿੱਛੇ ਕੋਈ 5-7 ਕੋਠੀਆਂ ਹੀ ਸਨ। ਫਿਰ ਸੜਕ ਆ ਜਾਂਦੀ, ਸੜਕ ਤੋਂ ਪਾਰ ਕਚਹਿਰੀਆਂ ਸਨ, ਕਚਹਿਰੀਆਂ ਤੋਂ ਅੱਗੇ ਕੋਤਵਾਲੀ ਸੀ ਤੇ ਸ਼ਹਿਰ ਪਰੇ ਪਾਸੇ ਸੀ। ਸ਼ਹਿਰਜ਼ਾਦ ਦੇ ਘੁੰਮਣ ਦੀ ਹੱਦ ਜਾਂ ਇਹ ਕੋਠੀਆਂ ਸਨ ਜਾਂ ਇਹਨਾਂ ਕੋਠੀਆਂ ਦੇ ਨਾਲ ਲੱਗਦੇ ਖੇਤ, ਜਿਹੜੇ ਚਾਂਦਮਾਰੀਆਂ ਤੱਕ ਚਲੇ ਗਏ ਸਨ। ਇੱਧਰੋਂ ਸੜਕ, ਉੱਧਰੋਂ ਚਾਂਦਮਾਰੀ ਦਾ ਟਿੱਬਾ। ਇਸ ਤੋਂ ਅੱਗੇ ਸ਼ਹਿਰਜ਼ਾਦ ਇਕੱਲੀ ਕਦੀ ਨਹੀਂ ਗਈ ਸੀ। ਇਸ ਤੋਂ ਅਗੇਰੇ ਦੀ ਦੁਨੀਆ ਉਸ ਦੀ ਆਪਣੇ ਤੌਰ 'ਤੇ ਪਹਿਚਾਣ ਨਹੀਂ ਸੀ। ਜਿਉਂ-ਜਿਉਂ ਸ਼ਹਿਰਜ਼ਾਦ ਵੱਡੀ ਹੋ ਰਹੀ ਸੀ, ਤਿਉਂ-ਤਿਉਂ ਉਹ ਜ਼ਿਆਦਾ ਨਟਖਟ ਹੁੰਦੀ ਜਾ ਰਹੀ ਸੀ। ਸ਼ਰਾਰਤੀ, ਪਰ ਇਸ ਗੱਲ ਦੀ ਸਮਝ ਕਿ ਸ਼ਰਾਰਤ ਆਖਰ ਸ਼ਰਾਰਤ ਹੈ ਤੇ ਉਸ ਨੂੰ ਇੰਜ ਨਹੀਂ ਕਰਨਾ ਚਾਹੀਦਾ। ਹਰ ਵਾਰ ਸ਼ਰਾਰਤ ਕਰਦੀ, ਹਰ ਵਾਰ ਸ਼ਰਮਿੰਦਾ ਹੋ ਲੈਂਦੀ, ਹਰ ਵਾਰ ਗਲਤੀ ਕਰਦੀ, ਹਰ ਵਾਰ ਪਛਤਾਵਾ ਜਿਵੇਂ ਉਹਦੇ ਚਿਹਰੇ ਉੱਤੇ ਚਿਤਰਿਆ ਹੁੰਦਾ। ਜਿਸ ਗੈਲਰੀ ਵਿੱਚ ਰਾਤ ਨੂੰ ਸ਼ਹਿਰਜ਼ਾਦ ਵਿਸ਼ਰਾਮ ਕਰਦੀ, ਉਹ ਸਾਡੇ ਸੌਣ ਦੇ ਕਮਰੇ ਦੇ ਨਾਲ ਸੀ। ਇੱਕ ਰਾਤ ਅਸੀਂ ਮਹਿਸੂਸ ਕੀਤਾ ਕਿ ਸ਼ਹਿਰਜ਼ਾਦ ਬੜੀ ਬੇਚੈਨ ਹੋਵੇ, ਮੁੜ-ਮੁੜ ਉੱਠਦੀ, ਮੁੜ-ਮੁੜ ਬੈਠਦੀ, ਮੁੜ-ਮੁੜ ਦਰਵਾਜ਼ਾ ਠਕਰਾਉਂਦੀ, ਮੁੜ-ਮੁੜ ਰੱਸੀ ਤੁੜਾਉਣ ਦੀ ਕੋਸ਼ਿਸ਼ ਕਰਦੀ। ਸ਼ਹਿਰਜ਼ਾਦ ਉਹਨਾਂ ਦਿਨਾਂ ਵਿੱਚ ਇਤਨੀ ਚੰਚਲ ਹੋ ਰਹੀ ਸੀ ਕਿ ਅਸੀਂ ਕੋਈ ਖਾਸ ਧਿਆਨ ਨਾ ਦਿੱਤਾ। ਪਰ ਸਵੇਰੇ ਉੱਠਦਿਆਂ ਸਾਰ ਮੈਂ ਤੇ ਮੇਰੀ ਧਰਿਮਦ ਸ਼ਹਿਰਜ਼ਾਦ ਨੂੰ ਵੇਖਣ ਗਏ। ਸ਼ਹਿਰਜ਼ਾਦ ਅੱਖੀਆਂ ਨੀਵੀਆਂ ਪਾਈ ਖਲੋਤੀ ਸੀ ਤੇ ਗੈਲਰੀ ਦੀ ਕੰਧ ਦਾ ਇੱਕ ਹਿੱਸਾ ਜਿਵੇਂ ਗੁਲਾਲ ਦੀ ਪਿਚਕਾਰੀ ਨਾਲ ਚਿਟਕਿਆ ਹੋਵੇ। ਮੈਂ ਵੇਖਿਆ, ਉਹੀ ਕਦਮ ਮੁੜ-ਮੁੜ ਆਇਆ। ਮੇਰੀ ਧਰਿਮਦ ਜ਼ਮੀਂਦਾਰਨਾਂ ਨੂੰ ਬੁਲਾ ਕੇ ਗੈਲਰੀ ਨੂੰ ਧਵਾਉਣ ਲੱਗੀ। ਕੋਈ ਧੁੱਪ ਵਿੱਚ ਅਲੋਚਿਆਂ ਦੇ ਬੂਟੇ ਹੇਠਾਂ ਜਾ ਬੈਠੀ। ਕੁਝ ਦਿਨ ਬਾਅਦ ਅਸੀਂ ਨੌਕਰਾਂ ਦਾ ਇੱਕ ਕਮਰਾ ਖਾਲੀ ਕਰਵਾ ਕੇ ਸ਼ਹਿਰਜ਼ਾਦ ਲਈ ਵੱਖ ਕਰ ਦਿੱਤਾ। ਸ਼ਹਿਰਜ਼ਾਦ ਰਾਤ ਨੂੰ ਉਸ ਕਮਰੇ ਵਿੱਚ ਬੰਦ ਕੀਤੀ ਜਾਂਦੀ। ਦਿਨ ਨੂੰ ਵੀ ਉਹਦਾ ਜੀਅ ਕਰਦਾ ਆਪਣੇ ਕਮਰੇ ਵਿੱਚ ਜਾ ਬਹਿੰਦੀ। ਕਈ ਦਿਨ ਗੁਜ਼ਰ ਗਏ। ਅੱਜ ਕੱਲ੍ਹ ਸ਼ਹਿਰਜ਼ਾਦ ਨੇ ਅਜਬ ਸ਼ੁਗਲ ਬਣਾ ਲਿਆ ਸੀ। ਸਾਡੇ ਸੌਣ ਦੇ ਕਮਰੇ ਵਿੱਚ ਆ ਕੇ ਘੰਟਿਆਂ ਬੱਧੀ ਸ਼ਿੰਗਾਰ ਮੇਜ਼ ਦੇ ਸ਼ੀਸ਼ੇ ਵਿੱਚ ਆਪਣੇ ਅਕਸ਼ ਨੂੰ ਵੇਖਦੀ ਰਹਿੰਦੀ। ਖਲੋਤੀ ਜਦੋਂ ਥੱਕ ਜਾਂਦੀ, ਉਂਝ ਦੀ ਉਂਝ ਸ਼ੀਸ਼ੇ ਦੇ ਸਾਹਮਣੇ ਬਹਿ ਜਾਂਦੀ। ਸ਼ਹਿਰਜ਼ਾਦ ਜੇ ਕਿਤੇ ਹੋਰ ਨਾ ਹੋਵੇ ਤਾਂ ਜ਼ਰੂਰ ਸੌਣ ਦੇ ਕਮਰੇ ਵਿੱਚ ਸ਼ਿੰਗਾਰ ਮੇਜ਼ ਦੇ ਸਾਹਮਣੇ ਬੈਠੀ ਹੋਈ ਮਿਲਦੀ। ਦੀਵਾਨਿਆਂ ਦੀ ਤਰ੍ਹਾਂ ਇੱਕ ਟੱਕ ਸ਼ੀਸ਼ੇ ਵਿੱਚ ਵੇਖਦੀ ਰਹਿੰਦੀ। ਕਦੀ ਪੋਲੇ ਕਦਮ ਸ਼ੀਸ਼ੇ ਦੇ ਪਿੱਛੇ ਜਾ ਕੇ ਝਾਕਦੀ, ਕੁਝ ਨਾ ਵਿਖਾਈ ਦਿੰਦਾ, ਫਿਰ ਮੁੜ ਕੇ ਸਾਹਮਣੇ ਆ ਬੈਠਦੀ। ਅਪਲਕ ਸ਼ੀਸ਼ੇ ਵਿੱਚ ਵੇਖਦੀ ਰਹਿੰਦੀ। ਇੰਜ ਇੱਕ ਦਿਨ ਸ਼ੀਸ਼ੇ ਦੇ ਸਾਹਮਣੇ ਬੈਠੀ ਹੋਈ ਸੀ। ਅਸੀਂ ਸ਼ਹਿਰਜ਼ਾਦ ਦੀ ਆਵਾਜ਼ ਸੁਣੀ। ਪਹਿਲੀ ਵਾਰ ਜਿਵੇਂ ਉਹ ਬੋਲੀ ਸੀ, ਅੰਦਰ ਸੀਨੇ ਦੀ ਕਿਸੇ ਅਥਾਹ ਡੂੰਘਾਣ ਵਿੱਚੋਂ ਨਿਕਲੀ ਉਹ ਆਵਾਜ਼ ਅਸੀਂ ਸੁਣੀ ਤੇ ਜਿਵੇਂ ਸਾਨੂੰ ਕੁਝ ਹੋ ਗਿਆ, ਜਿਵੇਂ ਹੰਝੂਆਂ ਨਾਲ ਭਿੱਜੇ ਗਲੇ ਵਿੱਚੋਂ ਕੋਈ ਬੋਲਿਆ ਹੋਵੇ। ਤੇ ਅਸੀਂ ਸ਼ੀਸ਼ੇ ਉੱਤੇ ਪਰਦਾ ਪਾਉਣਾ ਸ਼ੁਰੂ ਕਰ ਦਿੱਤਾ। 1-2 ਵਾਰ ਸ਼ਹਿਰਜ਼ਾਦ ਟੋਲਦੀ ਹੋਈ ਆਈ, ਫਿਰ ਉਸ ਸ਼ੀਸ਼ੇ ਦਾ ਖਹਿੜਾ ਛੱਡ ਦਿੱਤਾ।
ਹਰ ਵੇਲੇ ਉਸ ਉੱਤੇ ਪਰਦਾ ਪਿਆ ਹੁੰਦਾ ਸੀ। ਕਈ ਦਿਨ ਹੋਰ ਗੁਜ਼ਰ ਗਏ। ਸ਼ਹਿਰਜ਼ਾਦ ਘੰਟਿਆਂ ਬੱਧੀ ਖਾਮੋਸ਼ ਇਕਲ ਮੰਜੇ ਜਾ ਬਹਿੰਦੀ, ਜਿਵੇਂ ਕਿਸੇ ਦਾ ਕੁਝ ਗਵਾਚ ਗਿਆ ਹੋਵੇ। ਸੋਚਾਂ ਵਿੱਚ ਗੜੂੰਦ ਸਿਰ ਸੁੱਟੀ ਪਈ ਰਹਿੰਦੀ। ਅਸੀਂ ਉਸ ਨੂੰ ਬੁਲਾਉਂਦੇ, ਬੱਚੂ ਜਾ ਕੇ ਛੇੜਦਾ, ਅੱਗੋਂ ਜਿਵੇਂ ਕਹਿ ਦਿੰਦੀ, ਮੈਨੂੰ ਇਕੱਲੀ ਰਹਿਣ ਦਿਓ, ਜਿਵੇਂ ਉਸ ਨੂੰ ਕੋਈ ਯਾਦ ਆ ਰਿਹਾ ਹੋਵੇ। ਬਾਗ ਵਿੱਚ ਨਿਮੋਚਣ ਹੋਈ, ਲੁਕ ਕੇ ਬੈਠੀ। ਕਈ ਵਾਰ ਅਚਾਨਕ ਉਹ ਸਿਰ ਚੁੱਕ ਲੈਂਦੀ, ਉਸਦੇ ਕੰਨ ਖੜੇ ਜਾਂਦੇ, ਜਿਵੇਂ ਕੋਈ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਕਈ ਵਾਰ ਕਿਸੇ ਟਿੱਬੇ 'ਤੇ ਖਲੋ ਕੇ ਆਪਣੀ ਥੂਥਣੀ ਹਵਾ ਵਿੱਚ ਘੁਮਾਉਂਦੀ, ਜਿਵੇਂ ਕਿਸੇ ਸੁਗੰਧ ਨੂੰ ਟੋਲ ਰਹੀ ਹੋਵੇ। ਬੇਚੈਨ ਆਪਣਾ ਮੱਥਾ ਲਾਉਣ ਦੇ ਮਖਮਲੀ ਘਾਹ 'ਤੇ ਮਾਰਦੀ, ਆਪਣੇ ਪਿੰਡੇ ਨੂੰ ਰੁੱਖਾਂ ਦੇ ਮੁੱਢ ਨਾਲ ਮੁੜ ਜਾ ਕੇ ਰਗੜਦੀ। ਕੁਝ ਦਿਨ ਹੋਰ ਸ਼ਹਿਰਜ਼ਾਦ ਜਿਵੇਂ ਬਿਲਕੁਲ ਬੇਕਹਿਣਾ ਹੋ ਗਈ ਹੋਵੇ। ਜਿੱਥੋਂ ਨਾ ਬੈਠਣਾ ਹੁੰਦਾ ਉੱਥੇ ਬੈਠਦੀ, ਜਿੱਥੋਂ ਨਾ ਖਲੋਣਾ ਹੁੰਦਾ ਉੱਥੇ ਖਲੋਂਦੀ, ਜਿੱਧਰ ਨਾ ਜਾਣਾ ਹੁੰਦਾ ਉੱਧਰ ਜਾਂਦੀ। ਕੰਨ ਚੁੱਕੀ ਕੁਝ ਸੁਣਨ ਦੀ ਕੋਸ਼ਿਸ਼ ਕਰਦੀ ਤੇ ਫਿਰ ਉਸਦੇ ਕੰਨਾਂ ਵਿੱਚ ਪਤਾ ਨਹੀਂ ਕੀ ਕੁਝ ਸੁਣਾਈ ਦਿੰਦਾ, ਕੁਝ ਨਾ ਸੁਣਾਈ ਦਿੰਦਾ। ਜਿੱਧਰ ਮੂੰਹ ਹੁੰਦਾ ਉੱਧਰ ਹੀ ਦੌੜ ਪੈਂਦੀ, ਦੌੜਦੀ ਕਿਤੇ ਨਾ ਕਿਤੇ ਨਿਕਲ ਜਾਂਦੀ। ਕੰਨ ਚੁੱਕੀ ਕੁਝ ਸੁਣਨ ਦੀ ਕੋਸ਼ਿਸ਼ ਕਰਦੀ ਤੇ ਫਿਰ ਉਸਦੇ ਕੰਨਾਂ ਵਿੱਚ ਪਤਾ ਨਹੀਂ ਕੀ ਕੁਝ ਸੁਣਾਈ ਦਿੰਦਾ, ਕੁਝ ਨਾ ਸੁਣਾਈ ਦਿੰਦਾ। ਜਿੱਧਰ ਮੂੰਹ ਹੁੰਦਾ ਉੱਧਰ ਹੀ ਦੌੜ ਪੈਂਦੀ, ਦੌੜਦੀ ਕਿਤੇ ਨਾ ਕਿਤੇ ਨਿਕਲ ਜਾਂਦੀ, ਦੌੜਦੀ ਮੁੜ ਆਉਂਦੀ। ਸਾਹੋਂ ਸਾਹ ਹਫ ਰਹੀ। ਫਿਰ ਇੱਕ ਦਿਨ ਬਾਹਰ ਬਗੀਚੇ ਵਿੱਚ ਅਸੀਂ ਟਹਿਲ ਰਹੇ ਸਾਂ। ਸ਼ਹਿਰਜ਼ਾਦ ਕੰਨ ਚੁੱਕੀ ਖੱਟੀਆਂ ਦੇ ਬੂਟੇ ਹੇਠ ਖਲੋਤੀ ਕਿਤਨੇ ਚਿਰ ਤੋਂ ਜਿਵੇਂ ਕੁਝ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਫਿਰ ਉਹ ਇੱਕਦਮ ਸ਼ਹਿਰ ਵੱਲ ਤੁਰ ਪਈ। ਮੇਰੀ ਧਰੀਮਤ ਨੇ ਉਹਨੂੰ ਸ਼ਹਿਰ ਦੀ ਸੜਕ ਵੱਲ ਜਾਂਦੇ ਵੇਖਿਆ ਤੇ ਉਹਦੇ ਜਿਵੇਂ ਖਾਨਿਓਂ ਗਈ। ਸ਼ਹਿਰਜ਼ਾਦ, ਉਹ ਉਸ ਨੂੰ ਆਵਾਜ਼ ਦਿੱਤੀ। ਸ਼ਹਿਰਜ਼ਾਦ, ਉੱਚਾ ਜਿਹਾ ਮੈਂ ਪੁਕਾਰਿਆ। ਸ਼ਹਿਰ ਵੱਲ ਗਈ ਤੇ ਉਹ ਮੁੜ ਕੇ ਨਹੀਂ ਆਵੇਗੀ। ਸ਼ਹਿਰ ਦੇ ਕੁੱਤੇ ਤੇ ਇਸ ਦਾ ਚੀਨਾ ਕਰ ਸੁੱਟਣਗੇ। ਮੇਰੀ ਧਰੀਮਤ ਪਰੇਸ਼ਾਨ ਸੀ। ਸ਼ਹਿਰਜ਼ਾਦ ਨੇ ਨਾ ਮੇਰੀ ਧਰੀਮਤ ਦੀ ਸੁਣੀ, ਨਾ ਮੇਰੀ ਪਰਵਾਹ ਕੀਤੀ ਤੇ ਕੰਨ ਚੁੱਕੀ ਉਂਝ ਦੇ ਉਂਝ ਕਦਮ ਕਿਸੇ ਆਵਾਜ਼ ਦੀ ਤਲਾਸ਼ ਵਿੱਚ ਉਹ ਸੜਕ ਪਾਰ ਸ਼ਹਿਰ ਵੱਲ ਤੁਰੀ ਪਈ। ਕੋਈ 24 ਘੰਟਿਆਂ ਬਾਅਦ ਦੌੜਦੀ ਹੋਈ, ਹਫਦੀ ਹੋਈ ਉਹ ਲਹੂ ਲਹਾਨ ਮੁੜ ਕੇ ਆਈ। ਉਸਦੀ ਗਰਦਨ ਵੱਢੀ ਹੋਈ ਸੀ, ਉਹਦੇ ਪਿੰਡੇ ਉੱਤੇ ਚੱਕ ਲੱਗੇ ਹੋਏ ਸਨ, ਉਹਦੀਆਂ ਟੰਗਾਂ ਫੱਟੜ ਸਨ। ਉਹੀ ਗੱਲ ਹੋਈ। ਇਹ ਸ਼ਹਿਰ ਦੇ ਕੁੱਤੇ ਤੇ ਮੇਰੀ ਧਰੀਮਤ ਸ਼ਹਿਰਜ਼ਾਦ ਨੂੰ ਆਪਣੀ ਛਾਤੀ ਨਾਲ ਲਾਈ ਲਾਡ ਪਿਆਰ ਕਰਨ ਲੱਗ ਪਈ। ਅਸੀਂ ਉਸਦੇ ਫੱਟਾਂ ਨੂੰ ਸਾਫ਼ ਕੀਤਾ, ਦਵਾਈ ਲਾਈ ਤੇ ਕੋਸਾ ਦੁੱਧ ਉਸਨੂੰ ਪੀਣ ਲਈ ਦਿੱਤਾ। ਸ਼ਹਿਰਜ਼ਾਦ ਥੱਕੀ ਹਾਰੀ ਦਰਦ ਵਿੱਚ ਨਿਡਾਲ ਸਾਰੀ ਰਾਤ ਪਈ ਰਹੀ। ਅਗਲੀ ਸਵੇਰ ਜਦੋਂ ਅਸੀਂ ਉਸ ਨੂੰ ਵੇਖਣ ਗਏ, ਸ਼ਹਿਰਜ਼ਾਦ ਨੇ ਸਾਨੂੰ ਆਪਣੇ ਵੱਲ ਆਉਂਦੇ ਤੱਕਿਆ ਤੇ ਉਛਲ ਕੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ। ਪੀਲੀਆਂ ਧੁੱਪਾਂ ਨਿਕਲੀਆਂ ਆਈਆਂ ਸਨ। ਸ਼ਹਿਰਜ਼ਾਦ ਦੇ ਮੁੜ ਉਂਝ ਦੇ ਉਂਝ ਕੰਨ ਖੜੋ ਗਏ। ਫਿਰ ਉਂਝ ਦੀ ਉਂਝ ਥੂਥਣੀ ਹਵਾ ਵਿੱਚ ਚੁੱਕ ਕੇ ਉਹ ਜਿਵੇਂ ਕੋਈ ਖੁਸ਼ਬੂ ਟੋਲਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਉਸਦੇ ਅੰਗ ਵਿੱਚ ਜਿਵੇਂ ਅੰਤਾਂ ਦਾ ਬਲ ਆ ਗਿਆ ਹੋਵੇ ਤੇ ਫਿਰ ਬਹਿੰਦਿਆਂ ਸਿਰ ਸੁੱਟ ਕੇ ਉਹ ਸ਼ਹਿਰ ਵੱਲ ਤੁਰ ਪਈ। ਮੇਰੀ ਧਰੀਮਤ ਨੇ ਵੇਖਿਆ ਤੇ ਉਹ ਤੜਫ ਉੱਠੀ। ਸ਼ਹਿਰਜ਼ਾਦ, ਉਸਨੇ ਉਹਨੂੰ ਪੁਕਾਰਿਆ। ਸ਼ਹਿਰਜ਼ਾਦ ਨੇ ਸੁਣੀ ਅਣਸੁਣੀ ਕਰ ਸੁੱਟੀ। ਸ਼ਹਿਰਜ਼ਾਦ, ਸ਼ਹਿਰ ਦੇ ਕੁੱਤੇ ਤੇਰੀ ਬੋਟੀ ਕਰ ਸੁੱਟਣਗੇ। ਸ਼ਹਿਰਜ਼ਾਦ ਨੂੰ ਜਿਵੇਂ ਰਤਾ ਪਰਵਾਹ ਨਹੀਂ ਸੀ। ਉਹ ਆਪ ਮੁਹਾਰੇ ਉਹ ਤੁਰੀ ਜਾ ਰਹੀ ਸੀ। ਸ਼ਹਿਰਜ਼ਾਦ, ਤੋਂ ਮੁੜ ਆ ਜਾ, ਤੇਰਾ ਪਹਿਲਾਂ ਕੀ ਹਾਲ ਨਹੀਂ ਉਹਨਾਂ ਕੀਤਾ। ਸ਼ਹਿਰਜ਼ਾਦ ਉਂਝ ਦੀ ਉਂਝ ਤੁਰਦੀ ਸੜਕ ਪਾਰ ਕਰ ਗਈ। ਮੇਰੀ ਧਰੀਮਤ ਦੀਆਂ ਪਲਕਾਂ ਵਿੱਚੋਂ ਹੰਝੂਆਂ ਦੇ 2 ਮੋਤੀ ਕਿਰਕੇ ਉਹਦੀਆਂ ਗੱਲਾਂ ਉੱਤੇ ਛਲਕਣ ਲੱਗ ਪਏ। ਕੋਈ 2 ਘੰਟੇ ਬੀਤੇ ਸਨ ਕਿ ਸ਼ਹਿਰਜ਼ਾਦ ਉਂਝ ਦੀ ਉਂਝ ਦੌੜਦੀ ਹੋਈ, ਉਂਝ ਦੀ ਉਂਝ ਹਫਦੀ ਹੋਈ, ਉਂਝ ਦੀ ਉਂਝ ਲਹੂ ਲਹਾਨ ਮੁੜ ਆਈ। ਕਿਸ ਬੇਰਹਿਮੀ ਨਾਲ ਕੁੱਤਿਆਂ ਨੇ ਉਹਨੂੰ ਵੱਢਿਆ ਸੀ। ਥਾਂ ਤੋਂ ਲਹੂ ਵਗ ਰਿਹਾ ਸੀ, ਥਾਂ ਤੋਂ ਮਾਸ ਉਧੜਿਆ ਹੋਇਆ। ਦੌੜਦੀ ਹੋਈ ਆਈ ਤੇ ਮੇਰੀ ਧਰੀਮਤ ਦੀ ਛਾਤੀ ਨਾਲ ਆ ਲੱਗੀ। ਸ਼ਹਿਰਜ਼ਾਦ ਦੀ ਇਹ ਹਾਲਤ ਵੇਖ ਕੇ ਸਾਡੇ ਸਭ ਦੇ ਹੱਥ ਪੈਰ ਪੈ ਗਏ। ਅਸੀਂ ਸੋਚਿਆ, ਹੁਣ ਇਹ ਨਹੀਂ ਬਚੇਗੀ। ਕੋਈ ਉਸ ਲਈ ਕੁਝ ਕਰ ਰਿਹਾ ਸੀ। ਅਸੀਂ ਫਿਰ ਉਸਦੀ ਮੱਲਮ ਪੱਟੀ ਕੀਤੀ ਤੇ ਅਸੀਂ
ਫਿਰ ਉਸਨੂੰ ਕੋਸਾ ਦੁੱਧ ਪਿਲਾਇਆ। ਮੇਰੀ ਧਰੀਮਤ ਉਸ ਨਾਲ ਲਾਡ ਕਰਦੇ ਹਟਦੀ ਤੇ ਮੈਂ ਉਸਨੂੰ ਪੁਚਕਾਰਨ ਲੱਗ ਪੈਂਦਾ। ਸ਼ਹਿਰਜ਼ਾਦ ਦੀਆਂ ਪਲਕਾਂ ਵਿੱਚ ਸ਼ਰਮਿੰਦਗੀ ਵੀ ਸੀ ਤੇ ਵਿਚਾਰਗੀ ਵੀ ਸੀ, ਬੇਵਸੀ ਵੀ ਸੀ, ਤੇ ਅਸੀਂ ਉਸਨੂੰ ਉਹਦੇ ਕਮਰੇ ਵਿੱਚ ਆਰਾਮ ਲਈ ਪਹੁੰਚਾ ਦਿੱਤਾ। ਦੁਪਹਿਰ ਦਾ ਖਾਣਾ ਖਾ ਕੇ ਅਸੀਂ ਬਾਹਰ ਲਾਉਣ ਵਿੱਚ ਟਹਿਲ ਰਹੇ ਸਾਂ। ਬਹਾਰ ਦੇ ਦਿਨ ਸਨ। ਸਾਡਾ ਬਗੀਚਾ ਜਿਵੇਂ ਸਾਰੇ ਦਾ ਸਾਰਾ ਫੁੱਲਾਂ ਨਾਲ ਲੱਦਿਆ ਹੋਵੇ। ਹਰ ਰੁੱਖ 'ਤੇ ਬੂਰ ਸੀ, ਹਰ ਬੂਟੇ 'ਤੇ ਸ਼ਵਗੁਫੇ ਸਨ। ਸਾਨੂੰ ਇੰਜ ਟਹਿਲਦੇ ਕੋਈ ਜ਼ਿਆਦਾ ਵਕਤ ਨਹੀਂ ਹੋਇਆ ਸੀ। ਅਸੀਂ ਵੇਖਿਆ ਸਾਹਮਣੇ ਸ਼ਹਿਰਜ਼ਾਦ ਆਪਣੇ ਕਮਰੇ ਵਿੱਚੋਂ ਨਿਕਲ ਕੇ ਸੜਕ ਵੱਲ ਜਾ ਰਹੀ ਸੀ। ਉਂਝ ਦੇ ਉਂਝ ਕੰਨ ਖੜੋਤੇ ਹੋਏ, ਉਂਝ ਦੀ ਉਂਝ ਹਵਾ ਵਿੱਚ ਥੂਥਣੀ ਚੁੱਕੀ ਕਿਸੇ ਖੁਸ਼ਬੂ ਦੀ ਤਲਾਸ਼ ਦੇ ਵਿੱਚ। ਇਹ ਤੇ ਫੇਰ ਸ਼ਹਿਰ ਵੱਲ ਜਾ ਰਹੀ ਹੈ। ਮੇਰੀ ਧਰੀਮਤ ਦੇ ਜਿਵੇਂ ਸੌਤਰ ਸੁੱਕ ਗਏ। ਹਾਂ, ਇਹ ਸ਼ਹਿਰ ਵੱਲ ਜਾ ਰਹੀ ਹੈ। ਮੇਰੀ ਆਵਾਜ਼ ਗੰਭੀਰ ਹੋ ਗਈ ਸੀ। ਸ਼ਹਿਰਜ਼ਾਦ ਮੇਰੀ ਰਹਿਮਤ ਤੋਂ ਜਿਵੇਂ ਰਿਹਾ ਨਾ ਗਿਆ। ਫਿਰ ਉਸ ਨੂੰ ਨਿਸਫਲ ਪੁਕਾਰਿਆ, ਸ਼ਹਿਰਜ਼ਾਦ। ਮੈਂ ਵੀ ਉਸ ਨੂੰ ਮੁੜ ਆਉਣ ਲਈ ਆਵਾਜ਼ ਦਿੱਤੀ, ਪਰ ਸ਼ਹਿਰਜ਼ਾਦ ਉੱਤੇ ਕੋਈ ਅਸਰ ਨਹੀਂ ਹੋਇਆ। ਉਂਝ ਦੀ ਉਂਝ ਕਦਮ ਉਹ ਤੁਰਦੀ ਗਈ। ਸੜਕ ਪਾਰ ਕਰਕੇ ਉਹਦੇ ਕਦਮ ਤੇਜ਼ ਹੋ ਗਏ। ਕਚਹਿਰੀਆਂ, ਕੋਤਵਾਲੀ, ਫਿਰ ਉਹ ਸਾਡੀ ਅੱਖੀਆਂ ਤੋਂ ਓਹਲੇ ਹੋ ਗਈ। ਇਸ ਵਾਰ ਇਹ ਨਹੀਂ ਮੁੜੇਗੀ। ਮੇਰੀ ਧਰੀਮਤ ਦੇ ਹੱਥ ਵਿੱਚ ਫੜਿਆ ਖਰੋਸ਼ੀਆ ਹੇਠਾਂ ਜਾ ਪਿਆ। ਬਾਅਦ ਦੁਪਹਿਰ ਦੀ ਨੀਂਦਰ ਤੋਂ ਪਿੱਛੋਂ ਅਸੀਂ ਅਜੇ ਲੇਟੇ ਹੀ ਹੋਏ ਸਾਂ ਕਿ ਬਾਹਰ ਸ਼ਹਿਰਜ਼ਾਦ ਦੀ ਆਵਾਜ਼ ਆਈ। ਇਸ ਤੋਂ ਪਹਿਲਾਂ ਕਿ ਅਸੀਂ ਉੱਠ ਸਕਦੇ, ਉਹ ਦੌੜਦੀ ਹੋਈ, ਹਫਦੀ ਹੋਈ ਸੌਣ ਦੇ ਕਮਰੇ ਵਿੱਚ ਹੀ ਆ ਗਈ। ਘੁੰਠੀ ਹੋਈ ਸਿੱਧੀ ਮੇਰੀ ਧਰੀਮਤ ਵੱਲ ਜਾ ਰਹੀ ਸੀ ਤੇ ਉਹਦੀ ਨਜ਼ਰ ਸਾਹਮਣੇ ਸ਼ਿੰਗਾਰ ਮੇਜ਼ 'ਤੇ ਸ਼ੀਸ਼ੇ ਉੱਤੇ ਪਈ ਤੇ ਉੱਥੇ ਦੇ ਉੱਥੇ ਉਹਦੇ ਕਦਮ ਰੁਕ ਗਏ। ਸ਼ੀਸ਼ੇ ਵਿੱਚ ਦੇ ਪਰਛਾਵੇਂ ਨੂੰ ਵੇਖ ਕੇ ਜਿਵੇਂ ਉਹ ਖਿੜਪੁੜ ਗਈ, ਜਿਵੇਂ ਉਹਨੂੰ 7 ਬਹਿਸ਼ਤਾਂ ਮਿਲ ਗਈਆਂ ਹੋਣ। ਸ਼ਹਿਰਜ਼ਾਦ ਨੇ ਤਰੁੱਠ ਕੇ ਆਪਣੀ ਥੂਥਣੀ ਨੂੰ ਸ਼ੀਸ਼ੇ ਦੇ ਅਕਸ ਦੀ ਥੂਥਣੀ ਉੱਤੇ ਜਾ ਰੱਖਿਆ, ਜਿਵੇਂ ਕੋਈ ਸਹਿਕ ਰਹੇ ਹੋਠ ਤੜਫ ਰਹੇ ਹੋਠਾਂ ਉੱਤੇ ਜਾ ਟਿਕਦੇ ਨੇ। ਮੇਰੀ ਧਰੀਮਤ ਨੂੰ ਭੁੱਲ, ਮੈਨੂੰ ਭੁੱਲ, ਆਪਣੇ ਜ਼ਖਮਾਂ ਨੂੰ ਭੁੱਲ, ਸ਼ਹਿਰਜ਼ਾਦ ਸ਼ੀਸ਼ੇ ਵਿੱਚ ਦੇ ਪਰਛਾਵੇਂ ਦੀ ਥੂਥਣੀ ਨੂੰ ਪਲੋਸਣ ਲੱਗ ਪਈ। ਕਿੰਜ ਸ਼ਹਿਰਜ਼ਾਦ ਨੇ ਉਹਨੂੰ ਲਾਡ ਨਹੀਂ ਕੀਤੇ ਤੇ ਫਿਰ ਜਿਵੇਂ ਉਹਦੀਆਂ ਟੰਗਾਂ ਵਿੱਚ ਸਦਕ ਨਾ ਰਹੀ ਹੋਵੇ, ਉਂਝ ਦੀ ਉਂਝ ਸ਼ਹਿਰਜ਼ਾਦ ਢੇਰੀ ਹੋ ਗਈ, ਉਂਝ ਦੀ ਉਂਝ ਠੰਡੀ ਹੋ ਗਈ। ਉਸਦੀ ਥੂਥਣੀ ਉਂਝ ਦੀ ਉਂਝ ਸ਼ੀਸ਼ੇ ਦੇ ਪਰਛਾਵੇਂ ਵੱਲ ਉੱਠੀ ਹੋਈ ਸੀ ਤੇ ਉਸਦੀਆਂ ਬੇਨੂਰ ਪਲਕਾਂ ਉਂਝ ਦੀ ਉਂਝ ਸ਼ੀਸ਼ੇ ਦੇ ਪਰਛਾਵੇਂ ਵੱਲ ਖੁੱਲ੍ਹੀਆਂ ਹੋਈਆਂ ਸਨ। ਹਾਂਜੀ, ਥੈਂਕਸ। ਇਹ ਸੀ ਸਟੋਰੀ।